हाँ जी, गुड मॉर्निंग एवरीवन। ਅੱਜ ਆਪਣੇ ਕੋਲੇ ਜਿਹੜਾ ਸਬਜੈਕਟ ਦਾ ਨੇਮ ਹੈਗਾਗਾ ਉਹ ਹੈਗਾਗਾ ਐਕਸਪੈਰੀਐਂਸ਼ੀਅਲ ਲਰਨਿੰਗ ਨਾਟ ਕਾਲਾ ਐਕਸਪੈਰੀਮੈਂਟਲ। ਬਹੁਤ ਸਟੂਡੈਂਟ ਦੇਖੇ ਨੇ ਮੈਂ ਜਾਂ ਕਈ ਵਾਰੀ ਆਪਾਂ ਜਦੋਂ ਸਿਲੇਬਸ ਨੂੰ ਸਾਡੇ ਕੋਲੇ ਜੋ ਕਰਿਕੂਲਮ ਦਿੱਤਾ ਹੋਇਆ ਹੈ ਅਕੋਰਡਿੰਗ ਟੂ ਯੂਨੀਵਰਸਿਟੀ ਤਾਂ ਉਹਦੇ ਵਿੱਚ ਅਸੀਂ ਸਬਜੈਕਟ ਦੇ ਨੇਮ ਨੂੰ ਜਿਹੜੀ ਸਾਡੀ ਰੂਟੀਨ ਦੀ ਭਾਸ਼ਾ ਹੁੰਦੀ ਹੈ ਅਸੀਂ ਉਹੀ ਸ਼ਬਦ ਜਿਹੜਾ ਹੈਗਾ ਵਰਤਣਾ ਸ਼ੁਰੂ ਕਰ ਦਿੰਦੇ ਹਾਂ। बट एक्चुअल ਦੇ ਵਿੱਚ ਇਹ ਐਕਸਪੈਰੀਐਂਸ਼ੀਅਲ ਲਰਨਿੰਗ ਹੈ। ਇਹ ਸਾਡੇ ਕੋਲੇ ਸਬਜੈਕਟ ਨੰਬਰ 7 ਹੈ। ਅਸੀਂ ਅੱਜ ਆਪਣਾ ਫਸਟ ਲੈਕਚਰ ਜਿਹੜਾ ਹੈਗਾ ਇੱਥੇ ਸਟਾਰਟ ਕਰਾਂਗੇ ਆਪਣੇ ਸਬਜੈਕਟ ਦੇ ਤਹਿਤ। ਤਾਂ ਸਾਡੇ ਕੋਲ ਟੌਪਿਕ ਹੈਗਾ ਜੀ ਕਨਸੈਪਟ ਆਫ ਐਕਸਪੈਰੀਐਂਸ਼ੀਅਲ ਲਰਨਿੰਗ। ਕਨਸੈਪਟ ਆਫ ਐਕਸਪੈਰੀਐਂਸ਼ੀਅਲ ਲਰਨਿੰਗ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਾਂਗੇ ਕਿ ਅਨੁਭਵੀ ਜਿਹੜਾ ਸਾਡਾ ਹੈਗਾ ਸਿੱਖਣ ਦੀ ਧਾਰਨਾ, ਅਨੁਭਵੀ ਸਿੱਖਣ ਦੀ ਧਾਰਨਾ। ਇਹਨੂੰ ਮੈਂ ਜੇ ਪੰਜਾਬੀ ਚ ਟ੍ਰਾਂਸਲੇਟ ਕਰਾਂ ਅਨੁਭਵੀ ਸਿੱਖਣ ਦੀ ਧਾਰਨਾ, ਅਨੁਭਵੀ ਸਿੱਖਣ ਦੀ ਧਾਰਨਾ। ਹੁਣ ਦੇਖੋ ਜਿਹੜਾ ਸਾਡੇ ਕੋਲੇ ਐਕਸਪੈਰੀਐਂਸ਼ੀਅਲ ਲਰਨਿੰਗ ਸਬਜੈਕਟ ਦਾ ਨੇਮ ਹੈਗਾ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਐਕਸਪੈਰੀਐਂਸ਼ੀਅਲ ਜਿਹੜਾ ਸ਼ਬਦ ਹੈਗਾ ਇਹਦੀ ਉਤਪਤੀ ਕਿੱਥੋਂ ਹੋਈ ਔਰ ਇਹ ਸਾਡੇ ਸਿੱਖਿਆ ਦੇ ਖੇਤਰ ਦੇ ਵਿੱਚ ਇਹਨੇ ਕੀ ਸਥਾਨ ਪ੍ਰਾਪਤ ਕੀਤਾ ਔਰ ਇਸ ਦੇ ਰਾਹੀਂ ਅਸੀਂ ਕਿਵੇਂ ਗਿਆਨ ਦਾ ਆਦਾਨ ਪ੍ਰਦਾਨ ਅਸੀਂ ਕਰ ਰਹੇ ਹੈਗੇ ਆ। ਤਾਂ ਐਕਸਪੈਰੀਐਂਸ਼ੀਅਲ ਜਿਹੜਾ ਸ਼ਬਦ ਹੈਗਾ ਵੈਸੇ ਪਹਿਲਾਂ ਆਪਾਂ ਆਲਰੇਡੀ ਡਿਸਕਸ ਕਰ ਲੈਣੇ ਹੈਗੇ ਆ। ਐਕਸਪੈਰੀਐਂਸ਼ੀਅਲ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਮਤਲਬ ਲਾਤੀਨ ਆਪਾਂ ਇੰਗਲਿਸ਼ ਦੇ ਵਿੱਚ ਕਹਿ ਸਕਦੇ ਹਾਂ ਜਿਹੜਾ ਦੇਖੋ ਐਕਸਪੈਰੀਐਂਸ਼ੀਅਲ ਆਪਾਂ ਇਹਦਾ ਕਨਸੈਪਟ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਜਿਹੜਾ ਸਾਡੇ ਕੋਲੇ ਐਕਸਪੈਰੀਐਂਸ਼ੀਅਲ ਜਿਹੜਾ ਵਰਡ ਹੈਗਾ ਸਾਡੇ ਕੋਲੇ ਇਹ ਲਾਤਿਨ लैंग्वेज तो लैटिन लैंग्वेज तो लिया गया शब्द एक्सपेरिएंशिया तो लिया गया है जिसਨੂੰ ਅਸੀਂ एक्सपेरिमेंटल एक्सपेरिएंशियल ਦੇ ਨਾਮ ਦੇ ਨਾਲ ਅਸੀਂ ਅੱਜ ਜਾਣਦੇ ਹਾਂ। ਕਈ ਵਾਰ ਦੇਖੋ ਆਪਾਂ ਸ਼ਬਦ ਜਿਹੜਾ ਹੈਗਾ ਐਕਸਪੈਰੀਮੈਂਟਲ ਮੈਂ ਹੁਣੇ ਯੂਜ਼ ਕਰ ਰਿਹਾ ਸੀਗਾ ਵਰਡ ਐਕਸਪੈਰੀਮੈਂਟਲ ਜਿਹੜਾ ਵਰਡ ਹੁੰਦਾ ਹੈਗਾ ਆਪਾਂ ਕਹਿੰਦੇ ਪ੍ਰਯੋਗਿਕ। ਐਕਸਪੈਰੀਮੈਂਟਲ ਕੀ ਹੋ ਗਿਆ ਆਪਾਂ ਕਹਿੰਦੇ ਕੋਈ ਕਾਰਜ ਕਰ ਰਹੇ ਹਾਂ ਅਸੀਂ ਐਕਸਪੀਰੀਅੰਸ ਲੈਣਾ ਹੋਵੇ ਤਾਂ ਸਾਨੂੰ ਐਕਸਪੈਰੀਮੈਂਟਲ ਹੋਣਾ ਪਊਗਾ। ਦੇਖੋ ਉਹ ਸ਼ਬਦ ਦੀ ਜਿਹੜੀ ਆਪਣੀ ਇੱਕ ਮੀਨਿੰਗ ਜਿਹੜਾ ਹੈਗਾ ਉਹ ਡਿਫਰੈਂਟ ਮੀਨਿੰਗ ਹੈਗਾ। ਤਾਂ ਆਪਾਂ ਜਿਹੜਾ ਐਕਸਪੈਰੀਐਂਸ਼ੀਅਲ ਜਿਹੜਾ ਵਰਡ ਹੈ ਸਾਡੇ ਕੋਲੇ ਅਸੀਂ ਉਸ ਨੂੰ ਸਭ ਤੋਂ ਪਹਿਲਾਂ ਕਨਸੈਪਟ ਦੇ ਵਿੱਚ ਅਸੀਂ ਕਲੀਅਰ ਕਰਾਂਗੇ ਐਕਸਪੈਰੀਐਂਸ਼ੀਅਲ ਲਰਨਿੰਗ ਹੈ ਕੀ, ਉਹਦਾ ਕਨਸੈਪਟ ਕੀ ਹੈ, ਉਹਦੀ ਧਾਰਨਾ ਕੀ ਹੈਗੀ ਆ। ਧਾਰਨਾ ਕੀ ਹੈਗੀ ਐਕਸਪੈਰੀਐਂਸ਼ੀਅਲ ਸ਼ਬਦ ਦੀ ਸਭ ਤੋਂ ਪਹਿਲਾਂ ਉਤਪਤੀ ਜਿਹੜੀ ਹੈਗੀ ਹੈ ਲੈਂਗੁਏਜ ਲਾਤਿਨ ਲੈਂਗੁਏਜ ਤੋਂ ਲਿਆ ਗਿਆ ਸ਼ਬਦ ਐਕਸਪੈਰੀਐਂਸ਼ੀਅਲ ਤੋਂ ਉਤਪੰਨ ਹੋਇਆ ਹੈਗਾ ਐਕਸਪੈਰੀਐਂਸ਼ੀਅਲ। ਤਾਂ ਐਕਸਪੈਰੀਐਂਸ਼ੀਅਲ ਜਿਹੜਾ ਸ਼ਬਦ ਹੈਗਾ ਇਹਨੂੰ ਆਪਾਂ ਐਜ਼ ਏ ਕੀ ਮੀਨਿੰਗ ਲਿਖ ਸਕਦੇ ਹੈਗੇ ਆ ਜੀ approve a trial and extra ਦੇ ਵਿੱਚ ਆਪਾਂ ਲੈ ਲਵਾਂਗੇ ਜੀ ਸਾਡੇ ਗਿਆਨ। ਤੁਸੀਂ ਆ ਦੋ ਸ਼ਬਦ ਹੋ ਗਏ ਸਾਡੇ ਕੋਲੇ ਜਿਹੜਾ ਐਕਸਪੈਰੀਐਂਸ਼ੀਅਲ ਜਿਹੜਾ ਵਰਡ ਹੈਗਾ ਇਹ ਤੋਂ ਆਪਾਂ ਲਿਖ ਸਕਦੇ ਵੀ ਕੋਈ ਪ੍ਰੂਫ ਹੋਣਾ ਐਂਡ ਟ੍ਰਾਇਲ ਕਰਨਾ। ਆਪਾਂ ਕਹਿੰਦੇ ਨੇ ਵੀ ਅਸੀਂ ਕੰਮ ਨੂੰ ਕਰਕੇ ਦੇਖਦੇ ਆ ਟ੍ਰਾਇਲ ਲੈ ਲੈਂਦੇ ਆ। ਅਸੀਂ ਹੋ ਸਕਦਾ ਵੀ ਅਸੀਂ ਇਸ ਕੰਮ ਨੂੰ ਅਸੀਂ ਕਿਸ ਢੰਗ ਨਾਲ ਕਰਦੇ ਆ ਅਸੀਂ ਕਿੰਨਾ ਸਮਾਂ ਲੈਂਦੇ ਆ ਸਾਨੂੰ ਕੀ ਕੁਝ ਸਿੱਖਣ ਨੂੰ ਮਿਲੂਗਾ ਉਹ ਕੀ ਹੁੰਦਾ ਸਾਡਾ ਟ੍ਰਾਇਲ ਹੁੰਦਾ। ਔਰ ਜਦੋਂ ਅਸੀਂ ਸਾਡੇ ਟ੍ਰਾਇਲ ਪੂਰੇ ਹੋ ਜਾਂਦੇ ਨੇ ਫਿਰ ਉਹ ਪ੍ਰੂਫ ਵੀ ਹੋ ਜਾਂਦਾ ਵੀ ਅਸੀਂ ਇਹ ਕੰਮ ਜਿਹੜਾ ਹੈਗਾ ਇਸ ਢੰਗ ਦੇ ਨਾਲ ਅਸੀਂ ਵਧੀਆ ਕਰ ਸਕਦੇ ਆ। ਫਿਰ ਸਾਨੂੰ ਪ੍ਰੂਫ ਜਿਹੜੇ ਹੈਗੇ ਨੇ ਸਾਡੇ ਅਸੀਂ ਕਹਿੰਦੇ ਆ ਪ੍ਰੂਫ ਇਟ ਵੀ ਮਤਲਬ ਤੁਸੀਂ ਪ੍ਰੂਫ ਕਰੋ ਵੀ ਤੁਸੀਂ ਇਹ ਕੰਮ ਨੂੰ ਤੁਸੀਂ ਕਰ ਸਕਦੇ ਹੋ। ਤਾਂ ਇਹਦਾ ਐਕਸਪੈਰੀਐਂਸ਼ੀਅਲ ਤੋਂ ਮੀਨਿੰਗ ਸਾਨੂੰ ਕਲੀਅਰ ਹੋ ਗਿਆ ਜੀ ਵੀ ਜਿਹੜਾ ਐਕਸਪੈਰੀਐਂਸ਼ੀਅਲ ਜਿਹੜਾ वर्ड है वो सानू एक्सपेरिएंशियल एक लातिन
मिलिया है। हुण जिहड़ा इह लतिन कई बार देखो डाउटफुल ही हुंदा है, तुसीं कई विषयां दे विच जानकारी लओगे कि चाहे वो फिजिकल का सब्जेक्ट होवे, साडे कोले साइकोलॉजिकल का सब्जेक्ट होवे, फिलोसफिकल का सब्जेक्ट होवे, किते ना किते किसी ना किसी परिभाषाकर्ता द्वारा ये गल कही गई होगी कि जिहड़ा ये शब्द जिहड़ा है ग्रीक भाषा तो लिया गया है, इस शब्द की उत्पत्ति जिहड़ी हैगी है कि लतिन भाषा तो द्वारा हुई है। हुण जिहड़ी लतिन लैंग्वेज हैगी साडी ये मोस्टली कित्थों कित्थे बोली जाती है ये भाषा, जिवें असीं कह सकते हैं जी साडे कोले ग्रीस है जी, मतलब ओवरऑल वर्ल्ड दे विच कई बच्चों ने यूरोप का नाम सुनिया होगा। यूरोप दे विच कई तरह दी कंट्री जिहड़ियां हैगियां ने साडे कोले पाईयां जांदियां हन, तां जिवें असीं कहंदे ने रोम हो गया जी, रोम, और साडे कोले फ्रांस है जी, साडे कोले इटली है, रोम साडे कोले हो गया जी, और फ्रांस, देन साडे कोले इटली भी है। देखो तुसी जदों भी कॉपीज दे उत्ते जां किसी क्वेश्चन दा जदों आपां जवाब देना है इसका, तां असीं उत्थे एग्जाम दे विच पर्टिकुलर इसे तरह ही कांसेप्ट जिहड़ा हैगा साडे कोले एक्सपीरियंशियल लर्निंग उथों असीं स्टार्ट करांगे कि एक्सपीरियंशियल जिहड़ा वर्ड हैगा लतिन लैंग्वेज तो जिहड़ा शब्द एक्सपीरियंशिया है उसथों लिया गया जब उत्पन्न होया शब्द एक्सपीरियंशियल है, तो ओदा मीनिंग की हैगा एक्सपीरियंशिया तो अप्रूव अ ट्रायल, ठीक है जी, और एज अ नॉलेज आप एज अ नॉलेज भी लिख सकते हैं। एंड जिहड़ी लतिन भाषा हैगी आ आप ओदे विच ये भी लिख सकते हैं कि लतिन भाषा फ्रांस, ग्रीस, रोम अते इटली वर्गे यूरोप दे कई देशां दे विच बोली जाने वाली भाषा है, जिन्हों असीं लतीनी भाषा, पंजाबी दे विच असीं लतीनी भाषा का नाम लवांगे और असीं इंग्लिश दे विच जदों बोलदे हां लतिन लैंग्वेज। इन्ना को मीनिंग असीं कांसेप्ट क्लियर करते हुए पहला, तो उस तो बाद आपां कह सकते हैं कांसेप्ट दे विच कि ये जिहड़ी साडी धारणा हैगी है एक अनुभवी सीखण दी धारणा बहुत प्राचीन है। अनुभवी सीखण दी धारणा मैं लिख देना जी इत्थे, अनुभवी सीखण दी धारणा सीखण दी धारणा बहुत प्राचीन है, बहुत प्राचीन है। और ये प्राचीन किवें हैगी, प्राचीन हुंदा बहुत पुरानी, प्राचीन किवें हैगी साडे कोले जी ये असीं इहदे विच साडे कोले करीब 350 ईस्वी पूर्व दे विच करीब साडे कोले आपां इत्थे करीब लिख देने ने जी, क्योंकि सानू असीं खोजां पूरीआं नहीं कीतीआं हुंदियां, करीब 350 ईस्वी पूर्व दे विच साडे कोले अस्तु जिहड़े हैगे ने उन्होंने डिफाइन किया हैगा, अस्तु जी ने की डिफाइन किया हैगा, जदों असीं इन्हां दी गल नूं अज तो बाद किसी भी विषय दे विच जदों असीं किसी परिभाषाकर्ता द्वारा कही हुई गल नूं असीं लिखना होगा तो उन्होंने इनवर्टेड कॉमर्स दे विच स्टार्ट करके इनवर्टेड कॉमर्स दे विच ही क्लोज करके असीं उसकी शब्दावली नूं उसदी वाकां नूं वाक नूं पूरा करते हुए असीं लिख सकते हैं, पर उन्होंने कॉमर्स दे विच बंद करना होगा। और उहदे विच उन्होंने की कहा हैगा आपां जस्ट डिस्कस कर लैंदे हां। अस्तु ने आख्या हैगा कहंदा चीज़ां नूं करन तो पहला, चीज़ां नूं करन तो पहला सानू चीज़ां की कहंदे ने सिੱਖਣੀਆਂ पैंदियां हन, चीज़ां नूं करन तो पहला सानू चीज़ां की हैगियां ने सिੱਖਣੀਆਂ पैंदियां हन। मैं लिख भी दिंदा जी, चीज़ां नूं करन तो पहला चीज़ां करन तो पहला चीज़ां नूं सीखना, चीज़ां नूं सीखना पैंदा है।
चीज़ां नूं सीखना, जदों चीज़ां नूं सीखना पऊगा या सीखना पैंदा है तो असीं किस द्वारा सीखते हैं? असीं चीज़ां द्वारा ही सीखते हैं। असीं इत्थे कॉमर्स असीं चीज़ां द्वारा ही सीखते हैं। असीं चीज़ां द्वारा ही सीखते हैं। चीज़ां द्वारा ही सीखते हैं। देखो बड़ी अपने कोले वड्डी गल उन्होंने आपां नूं कही हैगी है जी, और वो यही गल है। देखो जो चीज़ां नूं करन तो पहला चीज़ां नूं सीखना पैंदा है, नो डाउट्स। तुसी देखो एक प्रोफेशनल कोर्स दे विच आपां एडमिशन लिया हैगा, और एडमिशन लेने तो बाद सानूं ये भी कहा जाता है कि तुसी प्रोफेशनल बनने दे लई तुहानूं ट्रेनिंग भी लगनी पऊगी वख-वख इंस्टीट्यूट दे विच जाके, वख-वख स्कूल से विच जाके। तो उत्थे स्कूल से विच जाके की करना होगा? अपने आप नूं असीं रिप्रेजेंट करना पऊगा। तो रिप्रेजेंट करन दे लई स्टार्टिंग कितों करनी पऊगी? सब तो पहला चीज़ां नूं की करना पऊगा? कहंदे करन तो पहला सीखना पैंदा है। जदों असीं सीख लिया, वो किवें सिखदे हैं? कहंदे असीं चीज़ां द्वारा ही सीखते हैं। मतलब करन तो पहला सीखना, सीखण दी गल हैगी आ, पर सिੱਖਿਆ किवें जाऊगा? करके सिੱਖਿਆ जाऊगा। नो डाउट्स। देखो ਇਹਦੇ ਵਿੱਚ ਇਹ ਅਸਤੂਲ ਨੇ ਸਾਨੂੰ ਕਨਸੈਪਟ ਦੇ ਰਾਹੀਂ ਕਲੀਅਰ ਕਰਵਾਇਆ ਕਿ ਸਾਡਾ ਜਿਹੜਾ ਕਨਸੈਪਟ ਆਫ ਐਕਸਪੀਰੀਐਂਸ਼ੀਅਲ ਲਰਨਿੰਗ ਹੈਗੀ ਹੈ, ਅਨੁਭਵੀ ਸਿੱਖਣ ਦੀ ਧਾਰਨਾ ਕੀ ਹੈਗੀ ਆ। ਉਹਨਾਂ ਨੇ ਐਕਸਪੀਰੀਐਂਸ਼ੀਅਲ ਸ਼ਬਦ ਦੀ ਪਹਿਲਾਂ ਉਤਪਤੀ ਦਾ ਦੱਸਿਆ, ਫਿਰ ਆਪਾਂ ਨੇ ਸਾਨੂੰ ਨੇ ਕਿਹਾ ਕਿ ਇਹ ਸਿੱਖਣ ਦੀ ਧਾਰਨਾ ਕੀ ਹੈਗੀ ਆ, ਬਹੁਤ ਪ੍ਰਾਚੀਨ ਹੈਗੀ ਆ, ਕਰੀਬ 350 ਈਸਵੀ ਪੂਰਵ ਦੇ ਵਿੱਚ। ਤੇ ਅਸਤੂਲ ਨੇ ਇਹ ਗੱਲ ਕਹਿਤੀ, ਡਿਫਾਈਨ ਕਰਦਾ, ਜਦੋਂ ਅਸੀਂ ਕਿਸੇ ਚੀਜ਼ ਨੂੰ ਸਿੱਖਣਾ ਹੋਵੇ ਤਾਂ ਸਾਨੂੰ ਪਹਿਲਾਂ ਸਿੱਖਣਾ ਪੈਂਦਾ ਹੈ। ਕਿਸੇ ਚੀਜ਼ ਨੂੰ ਕਰਨ ਤੋਂ ਪਹਿਲਾਂ ਸਿੱਖ ਲਓ, ਔਰ ਸਿੱਖਿਆ ਕਿਵੇਂ ਜਾਊਗਾ? ਕਰਕੇ ਸਿੱਖਿਆ ਜਾਊਗਾ। ਤਾਂ ਇਹ ਜਸਟ ਆਪਣੇ ਕੋਲੇ ਇੱਕ ਕਨਸੈਪਟ ਦੇ ਵਿੱਚ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ, ਕਹਿੰਦੇ ਜਦੋਂ ਅਸੀਂ ਅਨੁਭਵੀ ਸਿੱਖਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਅਨੁਭਵ ਅਤੇ ਚਿੰਤਨ, ਸਾਨੂੰ ਇਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਸਾਨੂੰ ਕੀ, ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਐਕਸਪੈਰੀਮੈਂਟ ਕਰਾਂਗੇ, ਐਕਸਪੀਰੀਐਂਸ਼ੀਅਲ ਦੇ ਵਿੱਚ ਆਵਾਂਗੇ, ਆ ਸਾਰੀ ਚੀਜ਼ਾਂ ਨੂੰ ਕਰਨ ਤੋਂ ਪਹਿਲਾਂ ਕੀ ਕਰਨਾ ਪੈਂਦਾ? ਕਹਿੰਦੇ ਸਾਨੂੰ ਸਿੱਖਣਾ ਪੈਂਦਾ, ਫਿਰ ਅਸੀਂ ਉਸ ਦੁਆਰਾ ਹੀ ਸਿੱਖਦੇ ਹਾਂ। ਇਹਦੇ ਨਾਲ ਕੀ ਹੋਊਗਾ ਜੀ? ਸਾਡੇ ਵਿੱਚ ਕੀ ਆਊਗਾ ਜੀ? ਸਾਡੇ ਵਿੱਚ ਕੀ ਸ਼ਾਮਲ ਹੋਊਗਾ ਜੀ? ਅਨੁਭਵ। ਅਨੁਭਵ ਹੁਣ ਅਬਲੀਕ ਚਿੰਤਨ, ਇਹ ਵੀ ਇੱਕ ਧਾਰਨਾ ਹੈ ਅਨੁਭਵੀ ਸਿੱਖਣ ਦੀ। ਅਨੁਭਵ ਕੀ ਹੁੰਦਾ ਹੈਗਾ ਜੀ? ਸਾਡੇ ਕੋਲੇ ਇਹਨੂੰ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰੀਏ ਤਾਂ ਐਕਸਪੀਰੀਅੰਸ ਐਂਡ ਦੈਨ ਚਿੰਤਨ ਨੂੰ ਅਸੀਂ ਜਦੋਂ ਡਿਫਾਈਨ ਕਰਦੇ ਹੈਗੇ ਜੀ, ਜਾਂ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਇਸ ਨੂੰ ਟ੍ਰਾਂਸਲੇਟ ਕਰਨਾ ਹੋਊਗਾ ਤਾਂ ਅਵੇਅਰ। ਨੋ ਡਾਊਟ। ਦੇਖੋ ਜਿਵੇਂ ਅਸਤੂ ਨੇ ਆਪਾਂ ਨੂੰ ਗੱਲ ਕਹੀ ਕਿ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਕਰਨ ਤੋਂ ਪਹਿਲਾਂ ਸਿੱਖਣੀਆਂ ਪੈਂਦੀਆਂ ਹਨ, ਸਾਨੂੰ ਕੋਈ ਤਜਰਬਾ ਨਹੀਂ ਹੁੰਦਾ, ਤਾਂ ਉਹ ਤਜਰਬਾ ਲੈਣ ਦੇ ਲਈ ਸਾਨੂੰ ਕੀ ਹੋਣਾ ਪਊਗਾ? ਅਵੇਅਰ ਵੀ ਹੋਣਾ ਪਊਗਾ, ਚਿੰਤਨ ਵੀ ਹੋਣਾ ਪਊਗਾ। ਇਹ ਇੱਕ ਕਨਸੈਪਟ ਹੈ ਐਕਸਪੀਰੀਐਂਸ਼ੀਅਲ ਲਰਨਿੰਗ ਦਾ। ਜੇ ਅਸੀਂ ਅਵੇਅਰ ਨਹੀਂ ਹੋਵਾਂਗੇ, ਅਸੀਂ ਐਕਸਪੀਰੀਐਂਸ ਵੀ ਲੈ ਸਕਾਂਗੇ, ਸਾਡੇ ਕੋਲੇ ਅਨੁਭਵ ਵੀ ਨਹੀਂ ਹਾਸਲ ਹੋਊਗਾ ਕਿੰਨਾ ਚੀਜ਼ਾਂ ਦੇ ਪ੍ਰਤੀ, ਜੋ ਚੀਜ਼ਾਂ ਅਸੀਂ ਕਰਨੀਆਂ ਚਾਹੁੰਦੇ ਹਾਂ, ਜੋ ਚੀਜ਼ਾਂ ਅਸੀਂ ਸਿੱਖਣੀਆਂ ਚਾਹੁੰਦੇ ਹਾਂ। ਔਰ ਸਿੱਖਣ ਦੀ ਜਿਹੜੀ ਚਾਹਨਾ ਹੈਗੀ ਆ ਉਹ ਤਾਂ ਹੀ ਪ੍ਰਾਪਤ ਹੋਊਗੀ ਜਦੋਂ ਅਸੀਂ ਅਵੇਅਰ ਹੋਵਾਂਗੇ। ਤਾਂ ਇਹ ਜਿਹੜਾ ਸ਼ਬਦ ਹੈਗਾ ਅਵੇਅਰ ਦਾ ਬੜਾ ਇੰਪੋਰਟੈਂਟ ਰੋਲ ਹੈ ਇੱਕ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਵਿੱਚ। ਇਹ ਤਾਂ ਜਸਟ ਆਪਾਂ ਹਲੇ ਇੱਕ ਕਨਸੈਪਟ ਦੇ ਉੱਪਰ ਫਿਰਦੇ ਆ ਵੀ ਕਨਸੈਪਟ ਕੀ ਹੈ, ਧਾਰਨਾ ਕੀ ਹੈ ਐਕਸਪੀਰੀਐਂਸ਼ੀਅਲ ਲਰਨਿੰਗ ਦੀ। ਹੁਣ ਇਸ ਤੋਂ ਬਾਅਦ ਆਪਾਂ ਇਹਦਾ ਆਪਾਂ ਮੀਨਿੰਗ ਜਿਹੜਾ ਹੈਗਾ, ਮੀਨਿੰਗ ਆਫ ਐਕਸਪੀਰੀਐਂਸ਼ੀਅਲ ਲਰਨਿੰਗ, ਆਪਾਂ ਮੀਨਿੰਗ ਡਿਸਕਸ ਕਰਾਂਗੇ ਜੀ। ਦੇਖੋ ਇਹ ਕਈ ਕੁਐਸਚਨਸ ਦੇ ਵਿੱਚ ਆਪਾਂ ਡਾਇਰੈਕਟ ਜਿਹੜਾ ਆਨਸਰ ਹੈਗਾ ਸਾਡਾ, ਅਸੀਂ ਮੀਨਿੰਗ ਤੋਂ ਪਹਿਲਾਂ ਕਨਸੈਪਟ ਲਿਖਦੇ ਹਾਂ ਜੀ, ਔਰ ਕਈਆਂ ਦੇ ਸਟਾਰਟਿੰਗ ਤੋਂ ਹੀ ਮੀਨਿੰਗ ਜਿਹੜੀ ਹੈਗੀ ਹੈ ਮੀਨਿੰਗ ਆਫ ਐਕਸਪੀਰੀਐਂਸ਼ੀਅਲ ਲਰਨਿੰਗ, ਮੀਨਿੰਗ ਆਫ experiential learning, experiential learning।
मीनिंग ऑफ एक्सपीरियंशियल लर्निंग हुण आपां मीनिंग ਨੂੰ ਆਪਾਂ डिस्कस करना होगा कि हुण ਇਹਦੇ ਵਿੱਚ एक्चुअल ਦੇ ਵਿੱਚ ਆਪਾਂ ਕਿਹੜੀ ਸ਼ਬਦਾਵਲੀ ਦੇ ਰਾਹੀਂ ਆਪਾਂ ਕਿਵੇਂ ਲਿਖ ਸਕਦੇ ਹੈਗੇ ਆ। ਹੁਣ ਤੁਸੀਂ ਇਹ ਲਿਖ ਸਕਦੇ ਹੋ ਜੀ ਹਰ ਇੱਕ ਉਸ ਵਿਅਕਤੀ ਜਾਂ ਹਰ ਇੱਕ ਉਮਰ ਦਾ ਵਿਅਕਤੀ ਹਰ ਇੱਕ ਉਮਰ ਦਾ ਸਿੱਖਿਆਰਥੀ ਕਿਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਿੱਖ ਸਕਦਾ ਹੈ। ਉਹ ਕਿਵੇਂ ਸਿੱਖ ਸਕਦਾ ਹੈ? ਪ੍ਰਭਾਵਸ਼ਾਲੀ ਢੰਗ ਨਾਲ। ਮੈਂ ਇੱਥੇ ਹੇਠ ਦੇ ਦਿੰਦਾ ਜੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੀ ਗੱਲ ਜਦੋਂ ਆਉਂਦੀ ਹੈ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣਾ ਤਾਂ ਕੀ ਹੋਊਗਾ ਜੀ ਜਦੋਂ ਅਸੀਂ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੀ ਗੱਲ ਕਰਦੇ ਆ ਤਾਂ ਕਹਿੰਦੇ ਜਦੋਂ ਚਾਹਵਾਨ ਹੋ ਸਕਦਾ ਹੈ ਪਰ ਸ਼ਰਤ ਇਹ ਹੋਣੀ ਚਾਹੀਦੀ ਉਹਦੇ ਲਈ ਉਹ এনवायरमेंट ਹੋਵੇ। ਕੀ ਹੋਵੇ? ਉਸ ਦੇ ਲਈ ਉਹ এনवायरमेंट ਬਣਿਆ ਹੋਵੇ। ਜਦੋਂ ਅਸੀਂ ਪ੍ਰਭਾਵਸ਼ਾਲੀ ਢੰਗ ਨਾਲ ਬਣਾਉਣਾ ਹੋਵੇ ਤਾਂ ਉਹਨੂੰ ਉਹ ਜੀ ਵਾਤਾਵਰਨ ਪ੍ਰੋਵਾਈਡ ਕਰਨਾ ਹੋਊਗਾ। ਉਹ ਸਮਾਂ ਦੇਖਣਾ ਪਊਗਾ। ਸਮੇਂ ਦੇ ਨਾਲ ਨਾਲ ਸਾਨੂੰ ਉਹਦੀ ਸਥਿਤੀ ਵੀ ਦੇਖਣੀ ਪਊਗੀ। ਸਾਨੂੰ ਸਥਿਤੀ ਵੀ ਦੇਣੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵਾਕਈ ਹੀ ਇਹ ਉਸ ਸਥਿਤੀ ਦੇ ਵਿੱਚ ਹੈਗਾ ਕਿ ਇਹ ਵਾਕਈ ਉਹ ਸਮਾਂ ਹੈਗਾ ਜਿਸ ਦੇ ਨਾਲ ਉਹ ਵਾਤਾਵਰਨ ਜਿਹੜਾ ਹੈਗਾ ਇਹ ਹੁਣ ਉਸ ਵਾਤਾਵਰਨ ਦੇ ਵਿੱਚ ਇਹ ਸ਼ਾਮਿਲ ਹੈ ਜਿਹਦੇ ਨਾਲ ਉਹਦੇ ਕੋਲੇ ਵੱਖ-ਵੱਖ ਮੈਥਡ ਦੇ ਢੰਗ ਨੇ ਜਿਹਦੇ ਨਾਲ ਉਹ ਆਪਣੀ ਇੱਕ ਪ੍ਰਭਾਵਸ਼ਾਲੀ ਜਿਹੜੀ ਹੈਗੀ ਆ ਸਿੱਖਣ ਦੀ ਕਿਰਿਆ ਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰ ਸਕਦਾ ਹੈ। ਤਾਂ ਇਹ ਜਦੋਂ ਅਸੀਂ ਅਨੁਭਵੀ ਸਿੱਖਣ ਦੇ ਕਨਸੈਪਟ ਨੂੰ ਕਲੀਅਰ ਕਰ ਲਿਆ ਤਾਂ ਮੀਨਿੰਗ ਦੇ ਵਿੱਚ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਵਿੱਚ ਉਹ ਕੀ ਕਹਿੰਦਾ ਹੈਗਾ ਕਹਿੰਦਾ ਜਦੋਂ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਲਈ ਕਹਿੰਦੇ ਉਹ ਚਾਹੇ ਕੋਈ ਵੀ ਸਿੱਖਿਆਰਥੀ ਹੋਵੇ ਉਸ ਦੇ ਲਈ ਵਾਤਾਵਰਨ ਸਮਾਂ ਤੇ ਸਥਿਤੀ ਇੰਨੀ ਕੁ ਜ਼ਰੂਰੀ ਹੈ ਮਤਲਬ ਅਨੁਕੂਲ ਹੋਣੀ ਚਾਹੀਦੀ ਹੈ ਉਹਦੇ ਲਈ ਫਿਰ ਇਹਦੇ ਵਿੱਚ ਕਿਉਰਿਓਸਿਟੀ ਮਨ ਜਿਹੜਾ ਹੈਗਾ ਚਾਹਨਾ ਜਿਹੜੀ ਹੈਗੀ ਉਹ ਫੇਰ ਹੀ ਪੂਰੀ ਹੋ ਸਕਦੀ ਹੈ ਕਿਸ ਦੇ ਲਈ? ਸਿੱਖਣ ਦੇ ਲਈ। ਹੁਣ ਸਿੱਖਣਾ ਜਿਹੜਾ ਹੈਗਾ ਸਿੱਖਣ ਦਾ ਕੋਈ ਸਮਾਂ ਨਹੀਂ ਹੁੰਦਾ ਕੋਈ ਸਥਿਤੀ ਨਹੀਂ ਹੁੰਦੀ ਔਰ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਲਈ ਕੋਈ ਖਾਸ ਵਾਤਾਵਰਨ ਜਿਹੜਾ ਹੈਗਾ ਬਣਾਇਆ ਜਾਊਗਾ। ਉਹ ਪ੍ਰਭਾਵਸ਼ਾਲੀ ਮਤਲਬ ਮੈਥਡਸ ਉਹ ਢੰਗ ਆ ਜਾਂਦੇ ਨੇ ਵੀ ਆਪਣੇ ਆਪ ਹੀ ਅਸੀਂ ਫਿਰ ਉਹ ਪ੍ਰਭਾਵਸ਼ਾਲੀ ਹੋ ਜਾਂਦੇ ਖੁਦ ਆਪਣੇ ਆਪ ਅਸੀਂ ਵਾਤਾਵਰਨ ਬਣਾਉਣ ਲੱਗ ਜਾਂਦੇ ਹਾਂ ਖੁਦ ਉਹ ਸਮਾਂ ਆ ਜਾਂਦਾ ਹੈ ਸਿੱਖਣ ਦਾ ਔਰ ਖੁਦ ਅਸੀਂ ਉਸ ਸਥਿਤੀ ਦੇ ਵਿੱਚ ਜਦੋਂ ਲੰਘ ਜਾਂਦੇ ਹਾਂ ਫਿਰ ਸਾਨੂੰ ਕੀ ਹੋ ਜਾਂਦਾ ਹੈ ਜੀ ਅਨੁਭਵ ਹਾਸਲ ਹੋ ਜਾਂਦਾ ਹੈ। ਤਾਂ ਜਦੋਂ ਅਨੁਭਵ ਹੁੰਦਾ ਹੈ ਕਈ ਸਥਿਤੀਆਂ ਦੇ ਵਿੱਚੋਂ ਗੁਜ਼ਰ ਕੇ ਵਾਤਾਵਰਨ ਦੇ ਵਿੱਚੋਂ ਲੰਘ ਕੇ ਸਮੇਂ ਦੇ ਵਿੱਚੋਂ ਲੰਘ ਕੇ ਤਾਂ ਉਹ ਸਾਡਾ ਕੀ ਹੋ ਗਿਆ ਜੀ ਇੱਕ ਐਕਸਪੀਰੀਐਂਸ਼ੀਅਲ ਲਰਨਿੰਗ ਹੋ ਗਈ ਸਾਡੀ ਮਤਲਬ ਇੱਕ ਸਾਡੀ ਅਨੁਭਵੀ ਸਾਡਾ ਸਿੱਖਣ ਦਾ ਜਿਹੜਾ ਹੈਗਾ ਉਹ ਮੀਨਿੰਗ ਸਾਡਾ ਕਲੀਅਰ ਹੋ ਜਾਂਦਾ ਹੈਗਾ। ਤਾਂ ਕਹਿੰਦੇ ਜਿਹੜੀ ਇਹ ਸਿੱਖਣ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ ਇਹ ਕਿਰਿਆਸ਼ੀਲ ਸਿੱਖਣ ਦੇ ਹੋਰ ਸਰੂਪਾਂ ਦੇ ਵਿੱਚ ਵੀ ਸ਼ਾਮਿਲ ਹੁੰਦੀ ਹੈ। ਇੱਕ ਪ੍ਰਭਾਵਸ਼ਾਲੀ ਦਾ ਹੈਗਾ ਹੀ ਹੈਗਾ ਇੱਕ ਕਿਰਿਆਸ਼ੀਲ ਰੂਪ ਦੇ ਵਿੱਚ ਵੀ ਮਿਲਦਾ ਹੈ। ਕਿਰਿਆਸ਼ੀਲ ਸਰੂਪਾਂ ਦੇ ਵਿੱਚ ਵੀ ਸ਼ਾਮਿਲ ਹੁੰਦਾ ਜੀ ਇਹ ਉਹ ਕਿਹੜੇ ਸਰੂਪ ਹੈਗੇ ਨੇ ਉਹਨਾਂ ਨੂੰ ਆਪਾਂ ਡਿਸਕਸ ਕਰ ਲੈਣੇ ਆ। ਫਸਟ ਜਿਹੜਾ ਹੈਗਾ ਕਿਰਿਆਤਮਕ ਸਿੱਖਣਾ ਫਸਟ ਜਿਹੜਾ ਹੈਗਾ ਜੀ ਕਿਰਿਆਤਮਕ ਸਿੱਖਣਾ ਨੈਕਸਟ ਹੈਗਾ ਜੀ ਸਾਡੇ ਕੋਲੇ ਸਹਿਯੋਗੀ ਸਿੱਖਣਾ ਇਹ ਸਰੂਪ ਨੇ ਜਿਹਨਾਂ ਦੇ ਪ੍ਰਤੀ ਆਪਾਂ ਐਕਸਪਲੇਨ ਕਰਾਂਗੇ। ਸਹਿਯੋਗੀ ਸਿੱਖਣਾ ਫਿਰ ਹੈਗਾ ਸਾਡੇ ਕੋਲੇ ਜੀ ਸੇਵਾ ਦੇ ਤੌਰ ਤੇ ਸਿੱਖਣਾ ਐਜ਼ ਅ ਸਰਵਿਸ ਲਰਨਿੰਗ ਜਿਹੜੀ ਹੈਗੀ ਸਾਡੀ ਸੇਵਾ ਦੇ ਤੌਰ ਤੇ ਸਿੱਖਣਾ। ਫਿਰ ਰੋਮਾਂਚਿਕ ਸਿੱਖਣਾ ਸੇਵਾ ਦੇ ਤੌਰ ਤੇ ਸਿੱਖਣਾ ਇਸ ਰੂਪਾਂ ਦੀ ਗੱਲ ਹੋ ਰਹੀ ਹੈ ਜੀ। और रोमांचिक सिखना कितने हो गए जी? है फर्स्ट क्रियात्मक सीखना, सेकंड सहयोगी सीखना, थर्ड सेवा तौर पे सीखना, फोर्थ रोमांचिक सीखना एंड लास्ट साडे कोल हैगा जी स्थिर सीखना। लास्ट साडे कोल की हैगा जी स्थिर
ਸਥਿਰ ਸਿੱਖਣਾ, ਸਥਿਰ ਸਿੱਖਣਾ। ਇਹ ਮੀਨਿੰਗ ਦੇ ਵਿੱਚ ਹੀ ਆਪਾਂ ਡਿਸਕਸ ਕਰਾਂਗੇ ਇਹਨਾਂ ਸਰੂਪਾਂ ਨੂੰ। ਫਸਟ ਆਫ ਆਲ ਮੈਂ ਰਿਪੀਟ ਕਰ ਦਿੰਦਾ ਹੈਗਾ, ਆਪਾਂ ਕਨਸੈਪਟ ਆਫ ਐਕਸਪੀਰੀਐਂਸ਼ੀਅਲ ਲਰਨਿੰਗ ਨੂੰ ਟੌਪਿਕ ਨੂੰ ਆਪਾਂ ਸਟਾਰਟ ਕੀਤਾ। ਉਸ ਤੋਂ ਪਹਿਲਾਂ ਕਨਸੈਪਟ ਨੂੰ ਆਪਾਂ ਸਮਝਿਆ। ਉਹਦੇ ਵਿੱਚ ਅਰਸਤੂਸ ਨੇ ਜਿਹੜਾ ਹੈਗੇ ਨੇ ਆਪਾਂ ਨੂੰ ਬੜੀ ਕਰੀਬ 350 ਈਸਵੀ ਪੂਰਵ ਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਜਿਹੜੀਆਂ ਚੀਜ਼ਾਂ ਨੇ ਸਿੱਖਿਆਰਥੀ ਨੂੰ ਕਹਿੰਦੇ ਸਿੱਖਣਾ ਹੁੰਦਾ, ਪਰ ਪਹਿਲਾਂ ਸਿੱਖਣ ਤੋਂ ਪਹਿਲਾਂ ਕੀ ਹੋਣਾ ਚਾਹੀਦਾ, ਕਹਿੰਦੇ ਉਹਦੇ ਪ੍ਰਤੀ ਦਾ ਅਵੇਅਰ ਹੋਣਾ ਚਾਹੀਦਾ ਹੈ। ਨੈਚੁਰਲੀ ਅਵੇਅਰ ਹੋਊਗਾ ਤਾਂ ਫਿਰ ਉਹ ਸਿੱਖੂਗਾ। ਐਂਡ ਆਪਾਂ ਬਾਅਦ ਦੇ ਵਿੱਚ ਐਕਸਪੀਰੀਐਂਸ਼ੀਅਲ ਜਿਹੜਾ ਸ਼ਬਦ ਹੈਗਾ ਇਹ ਕਿੱਥੋਂ ਉਤਪੰਨ ਹੋਇਆ ਆਪਾਂ ਇਹ ਕਨਸੈਪਟ ਦੇ ਵਿੱਚ ਹੀ ਕਲੀਅਰ ਕਰ ਦਿੱਤਾ। ਐਕਸਪੀਰੀਐਂਸ਼ੀਅਲ ਜਿਹੜਾ ਸ਼ਬਦ ਹੈਗਾ ਲਾਤੀਨੀ ਭਾਸ਼ਾ ਦੇ ਸ਼ਬਦ ਐਕਸਪੀਰੀਐਂਸ਼ੀਆ ਤੋਂ ਲਿਆ ਗਿਆ, ਜਿਸ ਦਾ ਮੀਨਿੰਗ ਕੀ ਸੀਗਾ ਜੀ, ਐਜ਼ ਅ ਨੋਲੇਜ, ਐਜ਼ ਅ ਪ੍ਰੂਫ, ਐਜ਼ ਅ ਟ੍ਰੈਕ। ਐਂਡ ਆਫਟਰ ਦੈਟ ਆਪਾਂ ਮੀਨਿੰਗ ਦੇ ਵਿੱਚ ਕੀ ਕੀਤਾ, ਆਪਾਂ ਮੀਨਿੰਗ ਦੇ ਵਿੱਚ ਕਿਹਾ ਕਿ ਜਦੋਂ ਕਿਸੇ ਸਿੱਖਿਆਰਥੀ ਨੇ ਇੱਕ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਿੱਖਣਾ ਹੋਵੇ ਤਾਂ ਉਹਦੇ ਲਈ ਵਾਤਾਵਰਨ, ਸਮਾਂ ਤੇ ਸਥਿਤੀ ਹੈਗੀ ਹੈ ਬੜੀ ਮਹੱਤਤਾ ਰੱਖਦੀ ਹੈ। ਇਹਦੇ ਕਿਰਿਆਸ਼ੀਲ ਰੂਪ ਦੇ ਵਿੱਚ ਵੀ ਕਿਰਿਆਸ਼ੀਲ ਹੋਣਾ, ਉਹਨਾਂ ਦੇ ਕਿਹੜੇ ਕਿਹੜੇ ਸਰੂਪ ਨੇ ਆਪਣੇ ਕੋਲੇ, ਕਿਰਿਆਤਮਕ ਸਿੱਖਣਾ, ਸਹਿਯੋਗੀ ਸਿੱਖਣਾ, ਸੇਵਾ ਤੌਰ ਤੇ ਸਿੱਖਣਾ, ਰੋਮਾਂਚਕ ਸਿੱਖਣਾ, ਸਥਿਰ ਸਿੱਖਣਾ। ਇਹ ਵੱਖ-ਵੱਖ ਸਰੂਪ ਨੇ ਆਪਣੇ ਕੋਲੇ ਜਿਨ੍ਹਾਂ ਦੇ ਰਾਹੀਂ ਆਪਾਂ ਇੱਕ ਐਕਸਪੀਰੀਐਂਸ਼ੀਅਲ ਲਰਨਿੰਗ ਦੀ ਆਪਾਂ ਮੀਨਿੰਗ ਨੂੰ ਕੰਪਲੀਟ ਕਰਾਂਗੇ। ਜਦੋਂ ਆਪਣਾ ਨੈਕਸਟ ਲੈਕਚਰ ਲੱਗੂਗਾ ਤਾਂ ਜੇ ਆਪਾਂ ਸਾਰਿਆਂ ਨੇ ਜਿਹੜਾ ਟੌਪਿਕ ਆਪਾਂ ਸਟਾਰਟ ਕੀਤਾ ਹੈਗਾ ਕਨਸੈਪਟ ਆਫ ਐਕਸਪੀਰੀਐਂਸ਼ੀਅਲ ਲਰਨਿੰਗ, ਦੇਖੋ ਆਪਣੇ ਸਬਜੈਕਟ ਦਾ ਨੇਮ ਵੀ ਐਕਸਪੀਰੀਐਂਸ਼ੀਅਲ ਲਰਨਿੰਗ ਹੈ। ਜਿੰਨਾ ਟਾਈਮ ਆਪਾਂ ਜਦੋਂ ਵੀ ਕੋਈ ਚੀਜ਼ ਪੜ੍ਹਨੀ ਸ਼ੁਰੂ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਉਹਦੇ ਮੀਨਿੰਗ ਸਾਨੂੰ ਉਸ ਸ਼ਬਦਾਂ ਦੇ ਕਲੀਅਰ ਹੋਣ, ਚਾਹੇ ਉਹ ਸਬਜੈਕਟ ਦੇ ਵਿਸ਼ੇ ਦਾ ਨਾਮ ਹੋਵੇ ਜਾਂ ਉਹਦਾ ਅੱਗੇ ਟੌਪਿਕ ਦੇ ਵਿੱਚ ਉਹਦੇ ਵਿੱਚ ਕੋਈ ਇੰਪੋਰਟੈਂਟ ਗੱਲ ਲਿਖੀ ਹੋਵੇ, ਸਾਨੂੰ ਉਹਦੇ ਅਰਥਾਂ ਦਾ ਗਿਆਨ ਹੋਊਗਾ ਤਾਂ ਅਸੀਂ ਕਿਤੇ ਨਾ ਕਿਤੇ ਅਸੀਂ ਅੱਗੇ ਇੰਪਰੂਵ ਕਰ ਸਕਦੇ ਹਾਂ। ਤਾਂ ਇੰਪਰੂਵਮੈਂਟ ਹੀ ਲੈ ਕੇ ਆਉਣੀ ਆ ਆਪਾਂ ਕਿਰਿਆਸ਼ੀਲ ਹੋ ਕੇ। ਉਹ ਸਰੂਪ ਕਿਹੜੇ ਕਿਹੜੇ ਹੈਗੇ ਨੇ, ਮੈਂ 5 ਤਰ੍ਹਾਂ ਦੇ ਸਰੂਪ ਲਿਖੇ ਹਨ। ਤਾਂ ਆਪਾਂ ਨੈਕਸਟ ਲੈਕਚਰ ਦੇ ਵਿੱਚ ਇਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਜੀ ਸਰੂਪਾਂ ਨੂੰ। ਬਾਕੀ ਜਿੰਨਾ ਆਪਾਂ ਕੀਤਾ ਹੈਗਾ ਇਸ ਚੀਜ਼ ਨੂੰ ਤੁਸੀਂ ਰਿਵਾਈਜ਼ ਜ਼ਰੂਰ ਕਰਨਾ। ਥੈਂਕ ਯੂ।